ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸਜ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲੇ ਕਰਨ ਦਾ ਯਤਨ ਕਰ ਰਹੇ ਹੋ। ਸੋ ਆਓ ਆਰੰਭਤਾ ਕਰਨੀ ਕਰੀਏ। ਪਾਵਨ ਅੰਕ 78 ਦੇ ਉੱਤੋਂ ਸ਼ੰਤ ਬਾਣੀ ਦੇ ਰੂਪ ਵਿੱਚ ਜਿਹੜਾ ਹੈ ਉਹ ਆਰੰਭ ਹੋ ਰਹੇ ਹਨ। ਭਾਵ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ਼ੰਤਾਂ ਦੇ ਰੂਪ ਵਿੱਚ ਜਿਹੜੀ ਹੈ ਉਹ ਆਰੰਭ ਹੋ ਰਹੀ ਹੈ। ਸ਼ੰਤ ਇੱਕ ਪਦ ਕਾਵ ਜਿਹੜੀ ਨਾਮ ਦੀ ਰਚਨਾ ਹੈ। ਇਸ ਸਰਲੇਖ ਦੇ ਹੇਠ ਅਨੇਕ ਜਾਤੀਆਂ ਦੇ ਛੰਦ ਗੁਰਬਾਣੀ ਵਿੱਚ ਜਿਹੜੇ ਪਾਏ ਜਾਂਦੇ ਨੇ। ਭਾਵ ਕਈ ਪ੍ਰਕਾਰ ਦੀ ਰਚਨਾ ਹੈ, ਕਈ ਪ੍ਰਕਾਰ ਦੀਆਂ ਮਾਤਰਾਵਾਂ ਦੇ ਨਾਲ ਗੁਰਬਾਣੀ ਦੇ ਵਿੱਚ ਛੰਤ ਜਿਹੜਾ ਹੈ ਉਹ ਛੰਤ ਉਹ ਆਏ ਨੇ। ਤੇ ਭਾਈ ਕਾਹਨ ਸਿੰਘ ਨਾਭਾ ਜੀ ਲਿਖਦੇ ਹਨ, ਪਰ ਸਰਲੇਖ ਕੇਵਲ ਛੰਤ ਹੋਇਆ ਕਰਦਾ ਹੈ। ਪਾਠਕਾਂ ਦੇ ਗਿਆਨ ਵਾਸਤੇ ਕੁਝ ਉਦਾਹਰਣ ਹਨ ਜਿਹੜੇ ਉਹ ਥੱਲੇ ਦਿੱਤੇ ਨੇ। ਕਹਿਣ ਤੋਂ ਭਾਵ ਹੈ ਕਿ ਕਈ ਪ੍ਰਕਾਰ ਦੀਆਂ ਜਿਹੜੀਆਂ ਰਚਨਾਵਾਂ ਜਿਹੜੀਆਂ ਨੇ ਉਹ ਛੰਤ ਦੇ ਸਰਲੇਖ ਹੇਠ ਦਰਜ ਨੇ। ਕਿਸੇ ਦੀਆਂ ਮਾਤਰਾਵਾਂ ਵੱਧ ਘੱਟ ਵੀ ਹੋ ਸਕਦੀਆਂ ਨੇ। ਹੋਰ ਵੀ ਕਾਵ ਦੇ ਰੂਪ ਵਿੱਚ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਜਿਹੜਾ ਹੈ ਉਹ ਦਰਜ ਕਰਨਾ ਕੀਤਾ ਹੈ। ਸੋ ਆਓ ਆਪਾਂ ਆਰੰਭ ਕਰਨਾ ਕਰੀਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਚੌਥਾ, ਘਰ ਦੂਜਾ, ਸ਼ੰਤ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸ੍ਰੀ ਰਾਗ ਦੇ ਅੰਦਰ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੂਸਰੇ ਘਰ ਦੇ ਅੰਦਰ ਸ਼ੰਤ ਦੇ ਸਰਲੇਖ ਹੇਠ ਇਹ ਪਾਵਨ ਸ਼ਬਦ ਦਰਜ ਹੈ। ਪਾਤਸ਼ਾਹ ਜੀ ਨਾਲ ਮੰਗਲਾ ਚਰਨ ਦਾ ਸਰੂਪ ਹੈ ਜਿਹੜਾ ਉਹ ਵੀ ਦਰਜ ਕਰਨਾ ਕਰ ਰਹੇ ਨੇ। ਇੱਕ ਓੰਕਾਰ ਸਤ ਗੁਰ ਪ੍ਰਸਾਦ ਕੀ ਅਕਾਲ ਪੁਰਖ ਇੱਕ ਹੈ, ਸੱਚਾ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ। ਮੁੰਦ ਇਆਣੀ ਪਈੜੈ, ਕਿਉ ਕਰ ਹਰ ਦਰਸ਼ਨ ਪਿਖੈ। ਮੁੰਦ ਤੋਂ ਭਾਵ ਜਵਾਨ ਇਸਤਰੀ, ਜੀਵ ਇਸਤਰੀ ਦੇ ਰੂਪ ਵਿੱਚ ਸਤਿਗੁਰੂ ਪਾਤਸ਼ਾਹ ਜੀ ਹੁਣ ਇੱਥੇ ਸ਼ੰਤ ਦੀ ਆਰੰਭਤਾ ਕਰ ਰਹੇ ਨੇ। ਪਈੜੈ ਤੋਂ ਭਾਵ ਪੇਕੇ ਘਰ ਵਿੱਚ। ਸਤਿਗੁਰੂ ਜੀ ਆਖਣ ਲੱਗੇ, ਜੇ ਜੀਵ ਇਸਤਰੀ ਪੇਕੇ ਘਰ ਵਿੱਚ ਭਾਵ ਇਸ ਮਨੁੱਖਾ ਜਨਮ ਵਿੱਚ ਅਣਜਾਣ ਹੀ ਟਿਕੀ ਰਹੇ, ਭਾਵ ਅਣਜਾਣ ਹੀ ਬਣੀ ਰਹੇ, ਕੋਈ ਗਿਆਨ ਹਾਸਲ ਨਾ ਕਰੇ ਤਾਂ ਉਹ ਪਤੀ ਪ੍ਰਭੂ ਦਾ ਦਰਸ਼ਨ ਕਿਵੇਂ ਕਰ ਸਕਦੀ ਹੈ। ਕਿਉਂ ਕਰ ਦਰਸ਼ਨ ਪਿਖੈ, ਕਿਵੇਂ ਉਹ ਦਰਸ਼ਨ ਕਰੇਗੀ, ਭਾਵ ਕਿ ਉਹ ਦਰਸ਼ਨ ਨਹੀਂ ਕਰ ਸਕਦੀ। ਆਮ ਬੋਲੀ ਦੇ ਵਿੱਚ ਅਸੀਂ ਸ਼ਬਦ ਵਰਤਦੇ ਹਾਂ ਨਾ ਕਿ ਕਈ ਵਾਰ ਅਸੀਂ ਕਹਿੰਦੇ ਕਿ ਫਲਾਣੇ ਕੰਮ ਦਾ ਆਹ ਫਾਰਮੂਲਾ ਹੈ ਕਿ ਜੇ ਇਸ ਤਰ੍ਹਾਂ ਕਰੋਗੇ ਇਸ ਤਰ੍ਹਾਂ ਹੋ ਜਾਏਗਾ। ਅਤੇ ਕਈ ਵਾਰ ਕੋਈ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ, ਭਾਵ ਜੋ ਉਹਦਾ ਫਾਰਮੂਲਾ ਹੁੰਦਾ, ਜੋ ਉਹਦਾ ਕਰਨ ਦਾ ਢੰਗ ਹੁੰਦਾ, ਤੇ ਫਿਰ ਅਸੀਂ ਕਹਿੰਦੇ ਐਵੇਂ ਫਿਰ ਤੂੰ ਕਿਵੇਂ ਪ੍ਰਾਪਤ ਕਰ ਲਏਂਗਾ। ਕਹਿਣ ਤੋਂ ਭਾਵ ਹੈ ਕਿ ਕੋਈ ਵੀ ਕੰਮ ਹੈ ਉਹ ਉਸ ਤੋਂ ਬਿਨਾਂ ਸੰਪੂਰਨ ਨਹੀਂ ਹੋਣਾ। ਇਸੇ ਤਰ੍ਹਾਂ ਪਾਤਸ਼ਾਹ ਜੀ ਆਖਣ ਲੱਗੇ ਨੇ, ਜਦੋਂ ਅਣਜਾਣ ਬਣ ਕੇ ਮਾਲਕ ਦੇ ਨਾਮ ਤੋਂ ਰਹਿੰਦੀ ਹੈ ਇਹ ਜੀਵ ਇਸਤਰੀ, ਇਹ ਜੀਵ ਮਨੁੱਖਾ ਜਨਮ ਦੇ ਰੂਪ ਵਿੱਚ, ਤਾਂ ਕੀ ਹੈ ਇਸ ਤਰ੍ਹਾਂ ਫਿਰ ਇਹ ਮਾਲਕ ਦਾ ਦਰਸ਼ਨ ਪ੍ਰਾਪਤ ਨਹੀਂ ਹੁੰਦਾ ਹੈ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁਰੜੈ ਕੰਮ ਸਿੱਖੈ।
ਜਦੋਂ ਪ੍ਰਮਾਤਮਾ ਆਪਣੀ ਮਿਹਰ ਕਰਦਾ ਹੈ ਤਾਂ ਜੀਵ ਇਸਤਰੀ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਪਤੀ ਦੇ ਚਰਨਾਂ ਵਿੱਚ ਪਹੁੰਚਣ ਵਾਲੇ ਕੰਮ ਕਰਨੇ ਫਿਰ ਸਿੱਖਦੀ ਹੈ। ਸਾਹੁਰੜੈ ਕੰਮ ਸਿੱਖੈ, ਭਾਵ ਸਹੁਰੇ ਪਹੁੰਚਣ ਦੇ ਲਈ, ਮਾਲਕ ਦੇ ਘਰ ਮਾਲਕ ਦੇ ਨਾਲ ਮਿਲਾਪ ਕਰਨ ਦੇ ਲਈ ਫਿਰ ਉਹ ਗੁਰੂ ਦੇ ਰਾਹੀਂ ਕੰਮ ਸਿੱਖਦੀ ਹੈ, ਢੰਗ ਤਰੀਕਾ ਹੈ ਜਿਹੜਾ ਉਹ ਸਿੱਖਦੀ ਹੈ। ਸਾਹੁਰੜੈ ਕੰਮ ਸਿੱਖੈ, ਗੁਰਮੁਖ ਹਰ ਹਰ ਸਦਾ ਧਿਆਏ। ਪਾਤਸ਼ਾਹ ਜੀ ਆਖਣ ਲੱਗੇ, ਗੁਰਮੁਖ ਹਰ ਹਰ ਸਦਾ ਧਿਆਏ। ਗੁਰੂ ਦੀ ਸ਼ਰਨ ਪੈ ਕੇ ਜੀਵ ਇਸਤਰੀ ਉਹ ਕੰਮ ਸਿੱਖਦੀ ਹੈ, ਉਹ ਢੰਗ ਤਰੀਕਾ ਸਿੱਖਦੀ ਹੈ ਜਿਸ ਦੀ ਸਹਾਇਤਾ ਨਾਲ ਪਤੀ ਪ੍ਰਭੂ ਦੀ ਹਜ਼ੂਰੀ ਵਿੱਚ ਅਪੜ ਸਕੇ, ਪਹੁੰਚ ਸਕੇ, ਪ੍ਰਾਪਤੀ ਕਰ ਸਕੇ। ਅਤੇ ਕੀ ਹੈ ਉਹ ਕੰਮ? ਇਹ ਹਨ ਕਿ ਜੀਵ ਇਸਤਰੀ ਸਦਾ ਪਰਮਾਤਮਾ ਦਾ ਨਾਮ ਸਿਮਰਦੀ ਰਹੇ, ਧਿਆਉਂਦੀ ਰਹੇ। ਇਹੋ ਹੀ ਤਰੀਕਾ ਹੈ ਕਿ ਮਾਲਕ ਦੀ ਰਜ਼ਾ ਨੂੰ ਸਮਝੇ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਉਹਦੇ ਹੁਕਮ ਦੇ ਵਿੱਚ ਚੱਲਣ ਦਾ ਕਾਰਜ ਕੰਮ ਫਿਰ ਸਿੱਖਦੀ। ਇਹੀ ਤਰੀਕਾ ਹੈ, ਇਸ ਨਾਲ ਮਾਲਕ ਨੂੰ ਮਿਲਿਆ ਜਾ ਸਕਦਾ ਹੈ। ਸਾਹੁਰੜੈ ਕੰਮ ਸਿੱਖੈ, ਗੁਰਮੁਖ ਹਰ ਹਰ ਸਦਾ ਧਿਆਏ। ਸਹੀਆਂ ਵਿੱਚ ਫਿਰੈ ਸੁਹੇਲੀ, ਹਰ ਦਰਗਾ ਬਾਂਹ ਲੁਡਾਏ। ਸਹੀਆਂ ਤੋਂ ਭਾਵ ਕੀ ਹੈ ਜੀ? ਸਹੇਲੀਆਂ। ਠੀਕ ਹੈ ਜੀ। ਪਾਤਸ਼ਾਹ ਜੀ ਆਖਣ ਲੱਗੇ ਕਿ ਸਹੇਲੀਆਂ ਵਿੱਚ ਭਾਵ, ਇਹਦਾ ਸਮੁੱਚਾ ਭਾਵ ਕੀ ਹੈ? ਹਾਂਜੀ, ਅੱਛਾ ਜੀ, ਤੁਹਾਡੇ ਵੱਲੋਂ ਇੱਕ ਉੱਤਰ ਹੋ ਗਿਆ। ਹਾਂਜੀ, ਇੱਧਰੋਂ ਸਾਹਮਣੇ ਤੋਂ ਜੀ, ਕੀ ਅਰਥ ਹੋਏਗਾ ਜੀ? ਸਹੀਆਂ ਦਾ ਭਾਵ ਸਹੇਲੀਆਂ ਕਹਿ ਦਿੱਤਾ ਗਿਆ, ਤੇ ਇਹਦਾ ਭਾਵ ਕੀ ਹੈ? ਸਤ ਸੰਗੀ। ਕਿ ਜਿਹੜੇ ਸਤ ਸੰਗੀ ਨੇ, ਨਾਲ ਦੇ ਜੋ ਵੀ ਜੀਵ ਇਸਤਰੀ ਦੇ ਰੂਪ ਵਿੱਚ, ਭਾਵ ਕਿ ਸਾਰੇ ਅਸੀਂ ਜੋ ਵੀ ਮੇਲ ਹੈ ਭਾਵੇਂ ਫੀਮੇਲ ਹੈ, ਸਾਰਿਆਂ ਵਾਸਤੇ ਸਤਿਗੁਰੂ ਜੀ ਜੀਵ ਇਸਤਰੀ ਸ਼ਬਦ ਵਰਤ ਰਹੇ ਕਿ ਜਿਹੜੇ ਸਤ ਸੰਗੀ ਜਨ ਨੇ, ਭਾਵ ਸਤ ਸੰਗੀਆਂ ਵਿੱਚ ਰਹਿ ਕੇ ਇਸ ਲੋਕ ਵਿੱਚ ਫਿਰ ਕੀ ਹੈ? ਫਿਰੈ ਸੁਹੇਲੀ। ਸੁਹੇਲੀ ਤੋਂ ਭਾਵ, ਹਾਂਜੀ, ਸੁਹੇਲੀ। ਸੁਹੇਲੀ ਦਾ ਅਰਥ ਜੀ ਕੱਲੀ ਸੁਹੇਲੀ ਦਾ। ਆਪਾਂ ਕੱਲ ਸੁਹੇਲੇ ਤੇ ਦੁਹੇਲੇ ਵੀ ਕੀਤਾ ਸੀ। ਹਾਂਜੀ, ਉਸੇ ਤਰੀਕੇ ਨਾਲ ਸੁਹੇਲੇ, ਤੇ ਇੱਥੇ ਕੀ ਜੀਵ ਇਸਤਰੀ ਹੈ ਤਾਂ ਸੁਹੇਲੀ ਸ਼ਬਦ ਭਾਵ ਸੌਖੀ। ਪਾਤਸ਼ਾਹ ਜੀ ਆਖਣ ਲੱਗੇ ਸਹੀਆਂ ਵਿੱਚ ਕਿ ਸਹੇਲੀਆਂ ਵਿੱਚ, ਭਾਵ ਸਤ ਸੰਗੀਆਂ ਵਿੱਚ ਰਹਿ ਕੇ ਸਦਾ ਇਸ ਲੋਕ ਵਿੱਚ ਸੌਖੀ ਤੁਰੀ ਫਿਰਦੀ ਹੈ, ਭਾਵ ਵਿਕਾਰ ਤੰਗ ਨਹੀਂ ਕਰਦੇ, ਆਪਣੇ ਅੰਤਰਾਤਮੇ ਟਿਕ ਕੇ ਫਿਰ ਬੜੇ ਆਰਾਮ ਨਾਲ ਜੀਵਨ ਦੇ ਵਿੱਚ ਵਿਚਰਦੀ ਹੈ, ਸੌਖਾ ਜੀਵਨ ਬਿਤਾਉਂਦੀ ਹੈ ਤੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਬੇਫਿਕਰ ਹੋ ਕੇ ਪਹੁੰਚਦੀ, ਭਾਵ ਮਾਲਕ ਦੇ ਨਾਲ ਇੱਕ ਮਿਕਤਾ ਜਿਹੜੀ ਹਾਸਲ ਉਹ ਕਰਦੀ ਹੈ। ਬਾਂਹ ਲੁਡਾਏ ਦਾ ਅਰਥ ਕੀ ਹੈ? ਬਾਂਹ ਲੁਡਾ ਕੇ ਤੁਰਨਾ, ਬਾਹਾਂ ਮਾਰ ਮਾਰ ਕੇ ਤੁਰਦੇ ਜਾਣਾ, ਬੇਫਿਕਰ ਹੋ ਕੇ ਤੁਰਨਾ, ਯਾਨੀ ਕਿ ਕਿਵੇਂ ਬਾਹਾਂ ਮਾਰਦਾ ਜਾਂਦਾ, ਭਾਵ ਬੇਫਿਕਰ ਹੋ ਕੇ ਜਾਂਦਾ। ਇਹੀ ਸਤਿਗੁਰੂ ਜੀ ਹੁਣ ਇੱਥੇ ਵੇਖੋ, ਸਾਰੀਆਂ ਇਹ ਸ਼ਬਦ ਭਾਵੇਂ ਅੱਜ ਵਾਸਤੇ ਅਸੀਂ ਪੜ੍ਹਦੇ ਨਹੀਂ ਜਾਂ ਸਾਡੇ ਬੱਚੇ ਛੱਡ ਚੁੱਕੇ ਹੈ, ਤਾਂ ਕਰਕੇ ਲੱਗਦੇ ਕਿ ਪਤਾ ਨਹੀਂ ਬਾਂਹ ਲੁਡਾਉਣਾ ਕੀ ਹੈ। ਅਸਲ ਦੇ ਵਿੱਚ ਇਹ ਮੁਹਾਵਰੇ, ਅਖਾਣ ਤੇ ਇਹ ਪੁਰਾਤਨ ਜਿਹੜੇ ਸ਼ਬਦ ਨੇ, ਕਹਿਣ ਤੋਂ ਭਾਵ ਹੈ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਵਰਤੀਆਂ ਹਨ। ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖੈ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਉਹ ਜੀਵ ਇਸਤਰੀ ਪ੍ਰਮਾਤਮਾ ਦਾ ਨਾਮ ਜਪ ਕੇ ਧਰਮਰਾਜ ਦਾ ਲੇਖਾ ਹੈ ਜਿਹੜਾ, ਉਹ ਧਰਮਰਾਜ ਦੇ ਲੇਖੇ ਦੀ ਬਾਕੀ ਹੈ, ਮੁਕਾ ਲੈਂਦੀ ਹੈ। ਹੁਣ ਇੱਥੇ ਵੀ ਸਤਿਗੁਰੂ ਜੀ ਨੇ ਕੀ ਹੈ, ਇੱਕ ਸ਼ਬਦ ਵਰਤਿਆ ਹੈ ਧਰਮਰਾਜ, ਕਿਉਂਕਿ ਬਹੁਤੇ ਦੁਨੀਆ ਦੇ ਵਿੱਚ ਉਸ ਸਮੇਂ, ਭਾਵੇਂ ਕਿ ਅੱਜ ਵੀ ਬਹੁਤ ਧਰਮਰਾਜ ਨੂੰ ਮੰਨਣ ਵਾਲੇ, ਕਿ ਧਰਮਰਾਜ ਕੋਈ ਰੱਬ ਤੋਂ ਵੱਖਰੀ ਚੀਜ਼ ਹੈ,
पर बाणी की आखदी है कि जिवें गुर ईश्वर गुर गोरख बर्मा गुर पार्वती माई, उवें गुरु ते मालक ओही बर्मा ने, ओही रब है, ओही आप ही धर्मराज है। सतगुरु पातशाह जी आखते हैं कि इस तरह फिर हुण जिहड़े मनदे ने धर्मराज नूं कि धर्मराज ही सब कुछ करन वाला है, ओही लेखे जोखे दा हिसाब करन वाला है, ते पातशाह जी आखन लगे फिर जिहड़ी जीव इस्त्री मालक दा नाम धिआउंदी है वो फिर धर्मराज दा लेखा अते लेखे दी बाकी मुका लैंदी, भाव सब कुछ उहदा खत्म जिहड़ा है वो हो जाता है। मुंद इयाणी पईड़ै गुरमुख हर दर्शन दिखै, मुंद इयाणी भाव भोली जीव इस्त्री, पेई अड़ै पेके घर विच इस मनुखा जन्म विच गुरु दी शरण पै के गुरमुख हर दर्शन दिखै। पिछे शब्द की वरतै सतगुरु जी ने पहली पंक्ति दे विच पिखै, इत्थे दिखै, उत्थे किवें वेखेगी क्यों कर नाल इत्थे है कि गुरु दी राही फिर दर्शन कर लैंदी है, भाव वेख लैंदी है कि गुरु दे प्रभु पति दे नाल फिर जिहड़ा मिलाप हो जाता है, गुरु दी शरण पै के मालक दा दर्शन कर लैंदी है। विया हुआ मेरे बाबुला गुरमुखे हर पाया, बहुती वार ये शब्द जिहड़ा है वो विआह के समय पढ़िया जाता है, जदों दुनियावी तौर ते बच्चों दे इस नर नारी का जिहड़ा है वो आनंद कारज पढ़िया जाता है गुरु हजूरी दे अंदर। हुण उत्थे बहुत वार ये शब्द पढ़िया जाता है, पर उत्थे भाव ये नहीं है कि इस्त्री ने अपने पति नाल ही मिलना है हमेशा, जिहड़ा है भावें कि दुनियावी तौर ते जानना भी है, पर अज तो ऐसा नहीं है, इस्त्री भी बराबर ही है। पर खैर अपना ये विषय नहीं है, शब्द लंबेरा है, आप संपूर्ण भी करना है। इत्थे हुण सतगुरु पातशाह जी आख रहे ने जो समझाउण दा यतन कर रहे कि जीव इस्त्री गुरमुखे हर पाया, भाव गुरु हे मेरे पिता प्रभु पति नाल मेरा विआह हो गया है अते गुरु दी शरण पै के मैनू प्रभु पति मिल पिया है। याद रखियो कल्ला इस्त्री वास्ते ये शब्द नहीं गाया जाता कि विआह समय गाया जाता है, इस्त्री वास्ते नहीं है, दोवां वास्ते ही है। दोवां वास्ते छड्डो, जिन्ने बाकी भी सतसंगी जां होर नाल विआह वेखण आए आनंद कारज दे लई पहुंचे हुंदे है, उन्हां सारियां दे लई है कि गुरु दी शरण पै के रब दे नाल एकमिक हो जाना ये विआह होना है, उहदे हुक्म विच हो जाना ये विआह होना है। इन्ना सौखा अर्थ नहीं है कि सिर्फ इस्त्री दे वास्ते है कि बस पढ़ दिता कि मेरे बाबला मेरा विआह हो गया फलाने बंदे नाल, ये नहीं है। ये अंदर दी गल है, मालक दे नाल मिलन दी गल है। अज्ञान अंधेरा कटिया गुर ज्ञान प्रचंड बलाया, सतगुरु पातशाह जी ने हुण इत्थे पिछले पंक्ति दे विच विआह शब्द वरतिया है। इहदा अर्थ की है? विआह होना, परमात्मा नाल तो मिलाप है ही है। इस शब्द का अर्थ है मिलाप होना। दुनियावी तौर ते इस्त्री ते पुरुष मिलते ने, पर सतगुरु पारम बाणी दे विच आख रहे ने कि उस मालक परमेश्वर दे नाल मिलाप दा समा गुरु दे राही ये प्राप्ति जिहड़ी वो हुंदी है। फिर सतगुरु जी आखदे ने कि होर की है, अज्ञान अंधेरा कटिया गुर ज्ञान प्रचंड बुलाया। प्रचंड तो भाव बड़ा तेज, कि गुरु का बख्शिया होया ज्ञान रूप सूरज इतना तेज जगमग कर उठिया है कि सूरज की तरह है
ਜਿਵੇਂ ਸੂਰਜ ਚੜ੍ਹਦਾ ਹੈ ਸਵੇਰੇ ਸਾਰੇ ਪਾਸੇ ਹਨੇਰਾ ਖਤਮ ਕਰ ਦਿੰਦਾ ਹੈ ਨਾ, ਇਵੇਂ ਗੁਰੂ ਦਾ ਗਿਆਨ ਦਾ ਜਿਹੜਾ ਗਿਆਨ ਰੂਪ ਸੂਰਜ ਹੈ, ਭਾਵ ਗੁਰੂ ਦਾ ਗਿਆਨ ਮੇਰੇ ਵਾਸਤੇ ਕੀ ਹੈ, ਸੂਰਜ ਵਾਂਗ ਹੈ। ਮੇਰੇ ਅੰਦਰ ਮੇਰੇ ਜੀਵਨ ਦੇ ਵਿੱਚ ਚਾਨਣ ਚਾਨਣ ਕਰ ਦਿੱਤਾ ਉਹਨੇ। ਅਤੇ ਕੀ ਹੈ, ਤੇ ਮੇਰੇ ਅੰਦਰੋਂ ਬੇਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ। ਕਿ ਮਿਲਾਪ ਤਾਂ ਹੋਇਆ ਜਦੋਂ ਮੇਰੇ ਅੰਦਰੋਂ ਇਹ ਬੇਸਮਝੀ ਦਾ, ਅਗਿਆਨਤਾ ਦਾ, ਵਹਿਮਾਂ ਭਰਮਾਂ ਦਾ, ਵਿਕਾਰਾਂ ਦਾ, ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਗਿਆ ਹੈ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਪਾਤਸ਼ਾਹ ਜੀ ਆਖਣਗੇ ਬਲਿਆ ਗੁਰ ਗਿਆਨ, ਗੁਰੂ ਦਾ ਦਿੱਤਾ ਗਿਆਨ ਮੇਰੇ ਅੰਦਰ ਬਲ ਪਿਆ ਹੈ, ਭਾਵ ਜਗ ਪਿਆ ਹੈ, ਚਮਕ ਉੱਠਿਆ ਹੈ, ਉਹਨੇ ਚਾਨਣ ਕਰ ਦਿੱਤਾ ਹੈ। ਅਤੇ ਅੰਧੇਰਾ ਬਿਨਸਿਆ, ਹਨੇਰਾ ਹੈ ਜਿਹੜਾ ਮੇਰੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ, ਉਹ ਦੂਰ ਹੋ ਗਿਆ, ਖਤਮ ਹੋ ਗਿਆ ਹੈ। ਅਤੇ ਕੀ ਹੈ, ਹਰ ਰਤਨ ਪਦਾਰਥ ਲਾਧਾ। ਅਤੇ ਉਸ ਚਾਨਣੀ, ਉਸ ਚਾਨਣ ਦੀ ਬਰਕਤ ਨਾਲ ਮੈਨੂੰ ਪਰਮਾਤਮਾ ਦਾ ਨਾਮ ਰੂਪ ਕੀਮਤੀ ਰਤਨ ਹੈ ਜਿਹੜਾ ਲੱਭ ਪਿਆ। ਇਹ ਹੈ ਵਿਆਹ, ਇਹ ਹੈ ਅਸਲ ਵਿਆਹ। ਕਿ ਉਸ ਮਾਲਕ ਦਾ ਨਾਮ ਗੁਰੂ ਦੇ ਗਿਆਨ ਰਾਹੀਂ ਮਾਇਆ ਦਾ, ਅਗਿਆਨਤਾ ਦਾ ਹਨੇਰਾ ਦੂਰ ਕਰਕੇ ਮਾਲਕ ਨਾਲ ਮਿਲਾਪ ਕਰ ਲੈਣਾ, ਇਹ ਉਸ ਮਾਲਕ ਪ੍ਰਭੂ ਪਤੀ ਦੇ ਨਾਲ ਵਿਆਹ ਹੈ। ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮਤਿ ਖਾਧਾ। ਪਾਤਸ਼ਾਹ ਜੀ ਆਖਣ ਲੱਗੇ ਆਪ ਭਾਵ ਆਪਾ ਭਾਵ। ਸਤਿਗੁਰੂ ਸਮਝਾ ਰਹੇ ਨੇ ਕਿ ਗੁਰੂ ਦੀ ਮੱਤ ਤੇ ਤੁਰਿਆ ਫਿਰ ਕੀ ਹੋ ਗਿਆ, ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ। ਹਉਮੈ ਰੋਗ ਗਿਆ, ਇਹ ਚਲਾ ਗਿਆ ਹੈ, ਹੁਣ ਖਤਮ ਹੋ ਗਿਆ ਹੈ, ਮੁੱਕ ਗਿਆ ਹੈ। ਅਤੇ ਆਪ ਦੁੱਖ ਲਾਥਾ, ਆਪ ਆਪੈ ਗੁਰਮਤਿ ਖਾਧਾ। ਅਤੇ ਹਉਮੈ ਦਾ ਦੁੱਖ ਮੁੱਕ ਗਿਆ ਹੈ, ਰੋਗ ਹਉਮੈ ਦਾ ਰੋਗ ਦੂਰ ਹੋ ਗਿਆ ਹੈ। ਆਪੇ ਦੇ ਗਿਆਨ ਨਾਲ ਮੇਰਾ ਆਪਾ ਭਾਵ ਵੀ ਖਤਮ ਹੋ ਗਿਆ, ਖਾਧਾ ਗਿਆ, ਭਾਵ ਇਹ ਵੀ ਮੁੱਕ ਗਿਆ ਹੈ, ਦੂਰ ਹੋ ਗਿਆ ਹੈ। ਅਕਾਲ ਮੂਰਤ ਵਰ ਪਾਇਆ ਅਬਿਨਾਸ਼ੀ, ਨਾ ਕਦੇ ਮਰੈ ਨਾ ਜਾਇਆ। ਹੁਣ ਇੱਥੇ ਸ਼ਬਦ ਜਦੋਂ ਪੜ੍ਹਿਆ ਜਾਵੇ ਇੱਕ ਦੁਨਿਆਵੀ ਵਰ ਦੇ ਵਾਸਤੇ, ਇਸਤਰੀ ਦੇ ਲਈ, ਤੇ ਕੀ ਹੈ, ਇਹ ਇੱਥੇ ਸ਼ਰਤ ਪੂਰੀ ਹੁੰਦੀ ਹੈ। ਇਹ ਜੋ ਹੁਣ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਅਕਾਲ ਮੂਰਤ, ਉਹਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਹੈ ਜਿਹਦੇ ਨਾਲ ਮੇਰਾ ਵਿਆਹ ਹੋ ਰਿਹਾ ਹੈ ਜਾਂ ਵਿਆਹ ਹੋ ਗਿਆ ਹੈ। ਵਰ ਪਾਇਆ ਕਿ ਗੁਰੂ ਦੀ ਸ਼ਰਨ ਪਿਆ ਮੈਨੂੰ ਉਹ ਖਸਮ ਮਿਲ ਗਿਆ ਹੈ ਜਿਸ ਦੀ ਹਸਤੀ ਨੂੰ ਕਾਲ ਕਦੇ, ਸਮਾਂ ਕਦੇ ਪੋ ਹੀ ਨਹੀਂ ਸਕਦਾ, ਸਮੇਂ ਦਾ ਪ੍ਰਭਾਵ ਹੀ ਨਹੀਂ ਹੈ। ਅਕਾਲ ਮੂਰਤ ਵਰ ਪਾਇਆ ਅਵਿਨਾਸ਼ੀ, ਉਹ ਕਦੇ ਖਤਮ ਹੀ ਨਹੀਂ ਹੋ ਸਕਦਾ, ਨਾਸ਼ ਹੀ ਨਹੀਂ ਹੋ ਸਕਦਾ। ਕਿ ਐਸਾ ਹੈ ਜਿਹਦੇ ਵਾਸਤੇ ਆਮ ਤੌਰ ਤੇ ਸ਼ਬਦ ਪੜ੍ਹਿਆ ਜਾਂਦਾ ਕਿ ਐਸਾ ਹੈ, ਪਰ ਅਸੀਂ ਆਖ ਦਿੰਦੇ ਕਿ ਬਾਬਾ ਜੀ ਫਲਾਣਾ ਸ਼ਬਦ ਪੜ੍ਹਿਓ, ਵਿਆਹ ਹੋਇਆ ਮੇਰੇ ਬਾਬਲਾ। ਕਿ ਇਸਤਰੀ ਨੂੰ ਕਹਿ ਦਿੰਦੇ ਕਿ ਤੂੰ ਨੀਵੀਂ ਹੈ ਤੇ ਇਹ ਤੇਰਾ ਪਤੀ ਉੱਚਾ ਹੈ, ਬਸ ਜੋ ਕਰੇਗਾ ਬਸ ਇਹ ਠੀਕ ਹੀ ਹੈ। ਇਹ ਭਾਵ ਨਹੀਂ ਹੈ, ਇਹ ਸਾਡੇ ਸਾਰਿਆਂ ਵਾਸਤੇ ਹੈ। ਗੁਰੂ ਦੇ ਰਾਹੀਂ ਮਿਲਣਾ ਹੈ, ਭਾਵ ਗੁਰੂ ਵਿਚੋਲਾ ਹੈ ਤੇ ਮਾਲਕ ਸਾਡਾ ਵਰ ਹੈ, ਖਸਮ ਹੈ, ਉਹਦੀ ਪ੍ਰਾਪਤੀ ਕਰਨੀ ਹੈ। ਫਿਰ ਆਖਦੇ ਹਨ ਹੋਰ ਕੀ ਹੈ ਅੱਗੇ, ਕਿ ਇੱਕ ਤਾਂ ਹੋ ਗਿਆ ਵਿਨਾਸ਼ੀ ਹੈ, ਇੱਕ ਸਮੇਂ ਦਾ ਪ੍ਰਭਾਵ ਨਹੀਂ, ਨਾ ਕਦੇ ਮਰੈ ਨਾ ਜਾਇਆ, ਨਾ ਉਹ ਮਰਦਾ ਹੈ ਤੇ ਨਾ ਉਹ ਜੰਮਦਾ ਹੈ। ਜਾਇਆ ਤੋਂ ਭਾਵ ਜੰਮਦਾ, ਕਿ ਨਾ ਉਹ ਜੰਮਦਾ ਹੈ। ਕਿ ਦੁਨਿਆਵੀ ਵਰ ਦੇ ਵਿੱਚ ਜਾਂ ਪਤੀ ਦੇ ਵਿੱਚ ਐਸੀ ਖੂਬੀ ਹੈ ਕੋਈ? ਨਹੀਂ ਨਾ ਹੈ।
ਵਿਆ ਹੋਆ ਮੇਰੇ ਬਾਬੋਲਾ, ਗੁਰਮੁਖੇ ਹਰ ਪਾਇਆ। ਪਹਿਲੀ ਪੰਕਤੀ ਵਿੱਚ ਇਸ ਦੇ ਸਤਿਗੁਰੂ ਜੀ ਨੇ ਵਰਤਿਆ ਸੀ ਸ਼ਬਦ ਬਾਬੁੱਲਾ ਔਂਕੜ ਨਾਲ। ਹੁਣ ਇਸ ਪੰਕਤੀ ਵਿੱਚ ਹੋੜੇ ਨਾਲ ਹੈ, ਲਾਸਟ ਵਾਲੀ ਵਿੱਚ ਬਾਬੋਲਾ ਕਿ ਹੇ ਮੇਰੇ ਪਿਤਾ, ਗੁਰੂ ਦੀ ਸ਼ਰਨ ਪੈ ਕੇ ਮੇਰਾ ਪ੍ਰਮਾਤਮਾ ਪਤੀ ਨਾਲ ਵਿਆਹ ਹੋ ਗਿਆ ਤੇ ਮੈਨੂੰ ਪ੍ਰਮਾਤਮਾ ਮਿਲ ਗਿਆ ਹੈ। ਹਰ ਸਤ ਸਤੇ ਮੇਰੇ ਬਾਬੁਲਾ, ਹਰ ਜਨ ਮਿਲ ਜੰਝ ਸੁਹੰਦੇ। ਹੁਣ ਅੱਜ ਕੱਲ੍ਹ ਤੇ ਸ਼ਬਦ ਬਹੁਤਾ ਜ਼ਿਆਦਾ ਖਤਮ ਹੀ ਹੋ ਗਿਆ। ਬਰਾਤ ਆਖਿਆ ਜਾਂਦਾ, ਬਰਾਤੀ ਆਖਿਆ ਜਾਂਦਾ, ਕੀ ਹੈ? ਜੰਝ, ਨੰਨਾ ਹੈ, ਮਗਰ ਨੰਨਾ। ਕਾਫੀ ਹੱਦ ਤੱਕ ਦੋ ਸ਼ਬਦ ਜਿਹੜੇ ਉਹ ਪੰਜਾਬੀ ਕਹਿ ਦਈਏ ਜਾਂ ਸਿੱਖ ਕਹਿ ਦਈਏ ਜਾਂ ਜਿਹੜੇ ਪੰਜਾਬੀ ਬੋਲਦੇ ਨੇ ਵਿਸਾਰ ਚੁੱਕੇ ਨੇ। ਬਹੁਤੇ ਟੀਚਰ ਵੀ ਇਸ ਸ਼ਬਦ ਨਾਲ ਜਿਹੜਾ ਹੈ ਉਹ ਲੈਣਾ ਦੇਣਾ ਰੱਖਦੇ। ਉਹ ਪਹਿਲਾਂ ਹੀ ਆਖ ਦੇਣਗੇ ਬਸ ਠੀਕ ਹੈ ਬੱਚੇ, ਉਹ ਇੱਥੋਂ ਤੱਕ ਹੀ ਕੰਮ ਆਉਂਦਾ, ਬਾਕੀ ਤਾਂ ਰਹਿੰਦੇ ਹੋ। ਖਾਲੀ ਹੈ, ਖਾਲੀ ਨਹੀਂ ਹੈ ਭਾਈ, ਇਹ ਬਹੁਤ ਭਾਰੇ ਵੱਡੇ ਸ਼ਬਦ ਹੈ, ਨੰਨਾ ਅਤੇ ਗੰਗਾ। ਖੈਰ, ਪਾਤਸ਼ਾਹ ਜੀ ਆਖਣ ਲੱਗੇ ਸਤੇ ਸਤ ਤੋਂ ਭਾਵ ਸਦਾ ਕਾਇਮ ਰਹਿਣ ਵਾਲਾ ਮਾਲਕ। ਸਤ ਸਤ ਹੈ ਜਿਹੜਾ ਹਰ ਜਨ ਤੋਂ ਭਾਵ ਹਰੀ ਦਾ ਜਨ, ਹਰੀ ਦਾ ਸੇਵਕ। ਕਿਹੇ ਮੇਰੇ ਪਿਤਾ ਪ੍ਰਭੂ ਪਤੀ ਸਦਾ ਕਾਇਮ ਰਹਿਣ ਵਾਲਾ ਹੈ। ਹਰ ਸਤ ਸਤੇ ਮੇਰੇ ਬਾਬੂਲਾ, ਅਤੇ ਉਸ ਪਤੀ ਨਾਲ ਮਿਲਾਪ ਕਰਾਉਣ ਵਾਲੇ ਉਸ ਪ੍ਰਭੂ ਦੇ ਭਗਤ ਜਨ ਮਿਲ ਕੇ ਮਾਨੋ ਸੋਹਣੀ ਜੰਝ ਬਣਦੇ ਨੇ, ਸੋਹਣੀ ਬਰਾਤ ਬਣਦੇ ਹਨ, ਸੋਹਣੇ ਜਾਂਝੀ ਬਣਦੇ ਹਨ। ਕਿ ਜਦੋਂ ਮਾਲਕ ਦੇ ਨਾਲ ਮਿਲਾਪ ਹੋਇਆ, ਪਹਿਲਾ ਸ਼ਬਦ ਕੀ ਵਰਤਿਆ? ਸਹੀਆਂ। ਹੁਣ ਕੀ ਹੈ? ਜਾਂਝੀ ਸ਼ਬਦ, ਜਿਹੜਾ ਜੰਝ ਸ਼ਬਦ ਵਰਤਿਆ ਹੈ ਕਿ ਜਿਹੜੇ ਮਾਲਕ ਨਾਲ ਪਹਿਲਾਂ ਮਿਲੇ ਹੋਏ ਨੇ ਉਹ ਸਾਰੇ ਮੇਰੇ ਬਰਾਤੀ ਨੇ, ਜਿਨ੍ਹਾਂ ਨੇ ਮੈਨੂੰ ਮਾਲਕ ਦੇ ਨਾਲ ਮਿਲਾਉਣ ਦੇ ਵਿੱਚ ਸਹਾਇਤਾ ਕੀਤੀ ਹੈ। ਭਾਵ ਸੋਹਣੇ ਸੋਹਣੇ ਜਾਂਝੀ। ਪੇਕ ਵੜੈ ਹਰ ਜਪ ਸੁਹੇਲੀ, ਵਿੱਚ ਸਾਹੁਰੜੈ ਖਰੀ ਸੁਹੰਦੀ। ਹੁਣ ਇੱਥੇ ਪੇਵਕੜੈ ਭਾਵ ਪੇਕੇ ਅਤੇ ਸਾਹੁਰੜੈ ਭਾਵ ਸਹੁਰੇ, ਦੋਵੇਂ ਸ਼ਬਦ ਇੱਕੋ ਪੰਕਤੀ ਵਿੱਚ ਸਤਿਗੁਰੂ ਜੀ ਵਰਤ ਰਹੇ ਨੇ। ਸਹੁਰਾ ਘਰ ਤੋਂ ਭਾਵ ਸਾਹੁਰੜੈ ਤੋਂ ਭਾਵ ਮਾਲਕ ਦਾ ਘਰ। ਜੀਵ ਇਸਤਰੀ ਇਹਨਾਂ ਸਤਸੰਗੀਆਂ ਵਿੱਚ ਜਿਹੜੇ ਜਾਂਝੀ ਨੇ, ਜਿਹੜੀਆਂ ਸਹੀਆਂ ਸ਼ਬਦ ਵਰਤਿਆ ਸਤਿਗੁਰੂ ਜੀ ਨੇ ਕਿ ਭਾਵ ਸਤਸੰਗੀਆਂ ਵਿੱਚ ਰਹਿ ਕੇ ਪੇਕੇ ਘਰ ਵਿੱਚ ਭਾਵ ਇਸ ਮਨੁੱਖਾ ਜਨਮ ਵਿੱਚ ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ। ਪੇਵਕੜੈ ਹਰ ਜਪ ਸੁਹੇਲੀ, ਕਿ ਇਸ ਜਨਮ ਵਿੱਚ ਰਹਿੰਦਿਆਂ ਹੋਇਆਂ ਉਸ ਮਾਲਕ ਦੇ ਨਾਮ ਨੂੰ ਧਿਆ ਕੇ ਸੁਹੇਲੀ ਰਹਿੰਦੀ, ਭਾਵ ਸੁਖੀ ਜੀਵਨ ਬਤੀਤ ਕਰਦੀ ਹੈ। ਵਿੱਚ ਸਾਹੁਰੜੈ ਖਰੀ ਸੁਹਿੰਦੀ, ਅਤੇ ਮਾਲਕ ਦੇ ਘਰ ਵਿੱਚ ਹਜ਼ੂਰੀ ਵਿੱਚ ਵੀ ਫਿਰ ਖਰੀ ਹੁੰਦੀ ਹੈ। ਭਾਵ ਸੁਹੰਦੀ ਤੋਂ ਭਾਵ ਸੋਹਣੀ ਲੱਗਦੀ ਹੈ, ਸ਼ੋਭਾ ਪਾਉਂਦੀ ਹੈ, ਅਤੇ ਖਰੀ ਭਾਵ ਜਿਹਨੂੰ ਕਹਿੰਦੇ ਨੇ ਕਿ ਖਰਾ ਉਤਰਿਆ, ਭਾਵ ਪੂਰਨ ਤੌਰ ਤੇ ਜਿਹੜੀ ਹੈ ਉਹ ਪ੍ਰਵਾਨ ਹੁੰਦੀ ਹੈ। ਸਾਹੁਰੜੈ ਵਿੱਚ ਖਰੀ ਸੁਹੰਦੀ, ਜਿਨ ਪੇਵਕੜੈ ਨਾਮ ਸੰਭਾਲਿਆ। ਇਸ ਪੰਕਤੀ ਦੇ ਅਰਥ ਕੀ ਹੋਣਗੇ ਜੀ? ਹਾਂਜੀ, ਇੱਧਰੋਂ ਇਸ ਲਾਈਨ ਵਿੱਚੋਂ ਮੇਰੇ ਕੋਲ ਇੱਕ ਤਾਂ ਆਵਾਜ਼ ਨਹੀਂ ਪਹੁੰਚਦੀ। ਜਿਹਨੇ ਨਾਮ ਨੂੰ ਸੰਭਾਲ ਲਿਆ, ਪਿਛਲੀ ਪੰਕਤੀ ਵਾਲੇ ਅਰਥ ਇਹਦੇ ਵਿੱਚ ਨੇ ਕਿ ਉਹੀ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੈ, ਸ਼ੋਭਾ ਪਾਉਂਦੀ ਹੈ, ਖਰੀ ਪ੍ਰਵਾਨ ਹੁੰਦੀ ਹੈ, ਜਿਸ ਨੇ ਪੇਵਕੜੈ ਭਾਵ ਇਸ ਜਨਮ ਵਿੱਚ ਰਹਿੰਦੇ ਹੋਏ ਮਾਲਕ ਦਾ ਨਾਮ ਜਿਹੜਾ ਹੈ ਉਹਨੂੰ ਸੰਭਾਲਿਆ ਹੈ, ਉਹਨੂੰ ਧਿਆਇਆ ਹੈ। ਸਭ ਸਫਲਿਓ ਜਨਮ ਤਿਨਾਂ ਦਾ, ਗੁਰਮੁਖ ਜਿਨ੍ਹਾਂ ਮਨ ਜਿਨ ਪਾਸਾ ਢਾਲਿਆ।
ਪਹਿਲਾ ਵਿਸ਼ਰਾਮ ਗੁਰਮੁਖ ਤੇ ਹੈ। ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ, ਜਿਨ੍ਹਾਂ ਮਨ ਜਿਣ ਪਾਸਾ ਟਾਲਿਆ। ਇੱਥੇ ਹੁਣ ਸਤਿਗੁਰੂ ਜੀ ਸਭ ਤੋਂ ਭਾਵ ਸਾਰਾ, ਸਫਲਿਓ ਤੋਂ ਭਾਵ ਕਾਮਯਾਬ, ਅਤੇ ਜਿਣ ਤੋਂ ਭਾਵ ਕੀ ਹੈ? ਜੱਜੇ ਨੂੰ ਸਿਹਾਰੀ, ਨਾਣੇ ਨੂੰ ਸਿਹਾਰੀ। ਹਾਂਜੀ, ਜਿਹੜੇ ਕਹਿੰਦੇ ਕਿ ਇਹਦਾ ਅਰਥ ਜਿਨ੍ਹਾਂ ਨੇ ਹੈ, ਉਹ ਹੱਥ ਖੜਾ ਕਰ ਸਕਦੇ ਆ। ਜਿਨ੍ਹਾਂ ਨੇ, ਜਿਹੜੇ ਕਹਿੰਦੇ ਕਿ ਜਿਸ ਨੇ ਇਹਦਾ ਅਰਥ ਹੈ, ਉਹ ਵੀ ਖੜਾ ਕਰ ਸਕਦੇ ਆ। ਹਾਂਜੀ, ਹੁਣ ਜਿਹੜੇ ਕਹਿੰਦੇ ਕਿ ਜਿਣ ਤੋਂ ਭਾਵ ਜਿੱਤਣਾ ਹੈ, ਜਿੱਤ ਕੇ, ਇਹਦਾ ਅਰਥ ਜਿੱਤ ਕੇ ਹੈ, ਨਾਣਾ ਹੈ ਪਿੱਛੇ, ਜਿਣ ਕੇ, ਜਿੱਤ ਕੇ। ਪਾਤਸ਼ਾਹ ਜੀ ਆਖਣ ਲੱਗੇ, ਗੁਰੂ ਦੀ ਸ਼ਰਨ ਪੈ ਕੇ ਉਹਨਾਂ ਜੀਵ ਇਸਤਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ, ਜਿਨ੍ਹਾਂ ਮਨ ਜਿਣ, ਮਨ ਜਿੱਤ ਕੇ ਵਸ ਵਿੱਚ ਕਰ ਲਿਆ ਹੈ ਅਤੇ ਪਾਸਾ ਢਾਲਿਆ। ਇੱਕ ਪੁਰਾਣੇ ਸਮੇਂ ਦੇ ਵਿੱਚ ਚੌਪੜ ਖੇਲੀ ਜਾਂਦੀ ਸੀ ਜ਼ਿਆਦਾਤਰ, ਪਾਸੇ ਸੁੱਟ ਕੇ। ਉਸ ਦੀ ਉਦਾਹਰਨ ਲੈ ਕੇ, ਭਾਵ ਜਿਹੜੀਆਂ ਨਰਦਾਂ ਸੁੱਟੀਆਂ ਜਾਂਦੀਆਂ ਸਨ, ਇਸ ਕਰਕੇ ਹੱਥ ਵਿੱਚ ਚੌਪੜ ਜਿਹੜੀ ਵਿਛਾਈ ਹੁੰਦੀ ਸੀ, ਇਸ ਤਰ੍ਹਾਂ ਕਰਕੇ ਨਰਦਾਂ ਸੁੱਟਦੇ ਸਨ ਕਿ ਕਿੰਨੇ ਨੰਬਰ ਜਾਂ ਕਿੰਨੀਆਂ ਉਹ ਬਿੰਦੀਆਂ ਜੀਆਂ ਆਈਆਂ ਨੇ। ਭਾਵ ਜ਼ਿੰਦਗੀ ਰੂਪ ਚੌਪੜ ਦੀ ਬਾਜੀ ਫਿਰ ਜਿਨ੍ਹਾਂ ਨੇ ਖੇਡੀ ਹੈ, ਉਹਨਾਂ ਨੇ ਕੀ ਹੈ, ਗੁਰੂ ਦੇ ਰਾਹੀਂ ਸਤਸੰਗੀਆਂ ਵਿੱਚ ਮਿਲ ਕੇ ਆਪਣਾ ਮਨ ਜਿੱਤ ਲਿਆ ਹੈ, ਭਾਵ ਵਸ ਵਿੱਚ ਕਰ ਲਿਆ ਹੈ, ਅਤੇ ਚੌਪੜ ਰੂਪ ਇਹ ਜੀਵਨ ਖੇਡ ਖੇਡੀ ਹੈ। ਖੇਡ ਲਈ ਜਿਨ੍ਹਾਂ ਨੇ, ਭਾਵ ਇਹਦੀ ਤੇ ਕਾਮਯਾਬੀ ਹਾਸਲ ਕਰ ਲਈ। ਕਿ ਜ਼ਿੰਦਗੀ ਨੂੰ ਸਤਿਗੁਰੂ ਜੀ ਨੇ ਇੱਕ ਚੌਪੜ ਦੀ ਖੇਡ ਵਾਂਗ ਦੱਸਿਆ ਹੈ ਕਿ ਜਿਨ੍ਹਾਂ ਨੇ ਗੁਰੂ ਦਾ ਆਸਰਾ ਲਿਆ, ਉਹ ਇਹ ਚੌਪੜ ਦੀ ਖੇਡ ਵਾਲੀ ਬਾਜੀ, ਭਾਵ ਜ਼ਿੰਦਗੀ ਦੀ ਬਾਜੀ, ਜੀਵਨ ਦੀ ਬਾਜੀ ਜਿੱਤ ਗਏ ਹਨ। ਹਰ ਸੰਤ ਜਨਾ ਮਿਲ ਕਾਰਜ ਸੋਹਿਆ, ਵਰ ਪਾਇਆ ਪੁਰਖ ਆਨੰਦੀ। ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ। ਇਹੋ ਤਰੀਕਾ ਦੱਸਿਆ, ਮਿਲਾਪ ਹੋ ਜਾਂਦਾ ਹੈ, ਵਿਆਹ ਹੋ ਜਾਂਦਾ ਹੈ। ਮਿਲ ਕਾਰਜ ਸੋਹਿਆ, ਸੋਹਣਾ ਮਿਲਾਪ ਹੋ ਜਾਂਦਾ ਹੈ, ਕਾਰਜ ਪੂਰਨ ਹੋ ਜਾਂਦਾ। ਕਾਰਜ ਕੀ ਹੈ ਸਾਡਾ? ਸਾਡੇ ਜਨਮ ਦਾ ਕਾਰਜ ਕੀ ਹੈ? ਭਈ ਪ੍ਰਾਪਤ ਗੋਬਿੰਦ ਮਿਲਨ ਕੀ, ਇਹ ਕਾਰਜ ਹੈ ਸਾਡੇ ਜੀਵਨ ਦਾ। ਮਨੋਰਥ ਹੈ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ, ਇਹ ਕਾਰਜ ਹੈ ਉਹਦੇ ਹੁਕਮ ਵਿੱਚ ਚੱਲਣਾ, ਉਹਦੀ ਰਜ਼ਾ ਦੇ ਵਿੱਚ ਚੱਲਣਾ। ਇਹ ਕਾਰਜ ਕਿਵੇਂ ਪੂਰਾ ਹੁੰਦਾ ਹੈ? ਜਿਹੜੇ ਉਸ ਦੇ ਹੁਕਮ ਵਿੱਚ ਚੱਲਦੇ ਨੇ, ਜਿਹੜੇ ਗੁਰੂ ਦੇ ਸ਼ਬਦ ਰਾਹੀਂ ਆਪਣਾ ਜੀਵਨ ਬਤੀਤ ਕਰਦੇ ਹਨ, ਅਤੇ ਉਹ ਸਰਬ ਵਿਆਪਕ ਤੇ ਆਨੰਦ ਦਾ ਸੋਮਾ ਖਸਮ ਪ੍ਰਭੂ ਫਿਰ ਮਿਲ ਪੈਂਦਾ ਹੈ। ਵਰ ਪਾਇਆ ਪੁਰਖ ਆਨੰਦੀ। ਇੱਥੇ ਹੁਣ ਪੁਰਖ ਦੇ ਖੱਖੇ ਨੂੰ ਔਂਕੜ ਹੈ, ਭਾਵ ਕੋਈ ਇੱਕ ਹੀ ਪੁਰਖ ਹੈ ਜਿਹਦੀ ਗੱਲ ਹੋ ਰਹੀ ਹੈ, ਕੋਈ ਇੱਕੋ ਹੀ ਹੈ, ਬਹੁਤੇ ਪੁਰਖਾਂ ਦੀ ਗੱਲ ਨਹੀਂ ਹੈ। ਉਹ ਜਿਹੜਾ ਹੈ ਆਨੰਦ ਰੂਪ ਸੋਮਾ ਹੈ, ਪੁਰਖ ਹੈ, ਵਰ ਹੈ, ਉਹ ਮਿਲ ਪੈਂਦਾ ਹੈ। ਹਰ ਸਤ ਸਤ ਮੇਰੇ ਬਾਬੁਲਾ, ਹਰ ਜਨ ਮਿਲ ਜੰਝ ਸੁਹੰਦੇ। ਇਹਨੂੰ ਆਪਾਂ ਕੀ ਪੜਾਂਗੇ ਜੀ? ਦੋ ਹੈ, ਔਂਕੜ ਵੀ ਹੈ ਅਤੇ ਹੋੜਾ ਵੀ ਹੈ। ਕੀ ਪੜਿਆ ਜਾਏਗਾ? ਹਾਂਜੀ, ਔਂਕੜ ਪੜਿਆ ਜਾਏਗਾ ਜਾਂ ਹੋੜਾ ਪੜਿਆ ਜਾਏਗਾ? ਔਂਕੜ ਵਾਲੇ ਕੌਣ ਕੌਣ ਹੈ ਜਿਹੜੇ ਕਹਿੰਦੇ ਔਂਕੜ ਪੜਿਆ ਜਾਏਗਾ? ਅੱਛਾ ਜੀ, ਹੁਣ ਹੋੜੇ ਵਾਲੇ ਕੌਣ ਕੌਣ ਹੈ? ਅੱਛਾ, ਹੋੜੇ ਵਾਲੇ ਬਹੁਤੇ ਹੈ। ਸਤਿਗੁਰੂ ਪਾਤਸ਼ਾਹ ਜੀ ਹੁਣ ਇੱਥੇ ਰਹਿਮਤ ਕਰ ਰਹੇ ਹਨ। ਇੱਥੇ ਦੋ ਨੇ। ਪਹਿਲੇ ਸ਼ਬਦ ਦੇ ਵਿੱਚ, ਜੋ ਪਹਿਲਾ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਆ ਹੈ, ਉਹਦੇ ਵਿੱਚ ਜਿਹੜਾ ਹੈ ਕੀ ਹੈ? ਔਂਕੜ ਨਾਲ ਹੈ, ਸੁਹੰਦੀ। ਤੇ ਪੂਰਨ ਸ਼ਬਦ ਕੀ ਹੁੰਦਾ ਹੈ?
ਪੂਰਨ ਸ਼ਬਦ ਸੁਹੰਦੀ ਹੁੰਦਾ ਜਾਂ ਸੁਹੰਦੀ ਹੁੰਦਾ? ਸੁਹੰਦੀ ਹੁੰਦਾ, ਹੋੜੇ ਨਾਲ ਹੁੰਦਾ। ਇਸ ਕਰਕੇ ਇਹਨੂੰ ਔਂਕੜ ਨਾਲ ਪੜ੍ਹਿਆ ਜਾਣਾ। ਇੱਥੇ ਔਂਕੜ ਨਾਲ ਪੜ੍ਹਿਆ ਜਾਏਗਾ ਸੁਹੰਦੀ। ਸੁਹੰਦੀ ਤੇ ਆਪਾਂ ਆਮ ਸ਼ਬਦ ਵਰਤਦੇ ਹਾਂ, ਭਾਵ ਸੁਹੰਦੀ ਉਲਟਾ ਉਚਾਰਨ ਹੈ ਜੋ ਪਿੱਛੇ ਸਤਿਗੁਰੂ ਜੀ ਨੇ ਬਖਸ਼ਿਆ ਹੈ। ਪਾਤਸ਼ਾਹ ਜੀ ਆਖਣ ਲੱਗੇ ਕਿ ਹੇ ਮੇਰੇ ਪਿਤਾ, ਪ੍ਰਭੂ ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਉਸ ਪਤੀ ਨਾਲ ਮਿਲਾਪ ਕਰਾਉਣ ਵਾਸਤੇ ਉਸ ਪ੍ਰਭੂ ਦੇ ਭਗਤ ਜਨ ਮਿਲ ਕੇ ਮਾਨੋ ਸੋਹਣੀ ਜੰਝ ਬਣਦੇ ਹਨ, ਕਿ ਸੋਹਣੀ ਜੰਝ ਦੇ ਰੂਪ ਵਿੱਚ ਉਸ ਦੇ ਜਿਹੜੇ ਹਨ ਉਹ ਸਤਸੰਗੀ ਹਨ। ਹਾਂਜੀ, ਇਹਦਾ ਉਚਾਰਨ ਦਾ ਪਤਾ ਲੱਗ ਗਿਆ। ਔਂਕੜ ਨਾਲ ਉਚਾਰਨ ਹੋਣਾ ਇਹਦਾ, ਸੁਹੰਦੀ। ਔਂਕੜ ਸੋਹੰਦੀ ਨਹੀਂ, ਸੁਹੰਦੀ। ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ। ਹੁਣ ਇੱਥੇ ਇਹ ਨਾ ਸਮਝ ਲੈਣਾ, ਕਿਉਂਕਿ ਚਲਾਕ ਬੰਦਿਆਂ ਵਾਸਤੇ ਛੋਟੀ ਜਿਹੀ ਪੰਕਤੀ ਹੈ, ਉਹਦੇ ਅਰਥ ਦੇ ਅਨਰਥ ਕਰਨ ਲੱਗੇ ਮਿੰਟ ਲਾਉਂਦੇ ਕਿ ਵੇਖੋ ਬਾਣੀ ਵਿੱਚ ਵੀ ਕਿਹਾ ਕਿ ਦਾਜ ਦੇਣਾ ਹੈ, ਦਾਨ ਦੇ ਰੂਪ ਵਿੱਚ ਦੇਣਾ ਹੈ, ਨਾਲੇ ਧੀ ਵੀ ਦੇ ਦਿਓ, ਦਾਨ ਕਰ ਦਿਓ ਤੇ ਨਾਲ ਦਾਜ ਵੀ ਦੇ ਦਿਓ। ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਹਰ ਪ੍ਰਭ ਦਾਨ, ਭਾਵ ਹਰੀ ਪ੍ਰਭੂ ਦੇ ਨਾਮ ਦਾ ਦਾਨ। ਕਿ ਹੇ ਮੇਰੇ ਪਿਤਾ, ਮੈਂ ਤੈਥੋਂ ਦਾਜ ਮੰਗਦੀ ਹਾਂ ਤੇ ਮੈਨੂੰ ਹਰੀ ਪ੍ਰਭੂ ਦੇ ਨਾਮ ਦਾ ਦਾਨ ਦੇ, ਮੈਨੂੰ ਇਹੀ ਦਾਜ ਹੈ ਜਿਹੜਾ ਉਹ ਦੇਣਾ ਕਰ। ਇਹੀ ਮਾਲਕ ਦੇ ਨਾਮ ਦਾ ਦਾਜ ਹੈ ਜਿਹੜਾ ਉਹ ਦੇਣਾ ਕਰ। ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਪੁਰਾਣੇ ਸਮੇਂ ਦੇ ਵਿੱਚ ਇਹ ਚੀਜ਼ਾਂ ਆਮ ਸੀ, ਪਰ ਅੱਜ ਕਾਫੀ ਹੱਦ ਤੱਕ ਜਿਹੜੀ ਹੈ ਉਹ ਸੁਧਾਰ ਜਿਹੜਾ ਹੋਇਆ ਹੈ। ਪਰ ਖੈਰ ਬਹੁਤ ਸਾਰੇ ਜ਼ਹਿਰ ਭਰੇ ਲੋਕ ਵੀ ਜਿਹੜੇ ਬੈਠੇ ਹੋਏ ਆ, ਜਿਹੜੇ ਦਾਜ ਦੇ ਪਿੱਛੇ ਉਹ ਕਈ ਵਾਰ ਮੌਤ ਦੇ ਘਾਟ ਵੀ ਜਿਹੜਾ ਹੈ ਉਤਾਰ ਦਿੰਦੇ ਹਨ। ਕਿ ਦਾਜ ਦੇ ਲੋਭੀ ਐਸੇ ਵੀ ਬੜੇ ਬੈਠੇ ਹੈ। ਕਈ ਵਾਰ ਤਾਂ ਇੰਜ ਜਿਹੜਾ ਸ਼ਬਦ ਵੀ ਸੁਣਨ ਨੂੰ ਮਿਲਦਾ ਹੈ ਕਿ ਮੁੰਡਾ ਜੰਮ ਪਿਆ, ਸਮਝ ਲਓ ਕਿ ਬਸ ਹੁਣ ਕੀ ਹੈ, ਧਨ ਦੀ ਪੰਡ ਆ ਗਈ ਹੈ। ਖੈਰ ਇੱਕ ਵੱਖਰਾ ਵਿਸ਼ਾ, ਸਮਾਂ ਆਪਣੇ ਕੋਲ ਥੋੜਾ ਹੈ। ਪਾਤਸ਼ਾਹ ਜੀ ਆਖਣ ਲੱਗੇ ਕੱਪੜੋ ਸ਼ੋਭਾ, ਭਾਵ ਦਾਜ ਵਿੱਚ ਦਿੱਤਾ ਹੋਇਆ ਕੀਮਤੀ ਕੱਪੜਾ ਤੇ ਧਨ, ਜਿਵੇਂ ਪੁਰਾਤਨ ਸਮੇਂ ਵਿੱਚ ਆਮ ਜਿਹੜਾ ਦਿੱਤਾ ਜਾਂਦਾ ਸੀ। ਪਾਤਸ਼ਾਹ ਜੀ ਆਖਣ ਲੱਗੇ ਮੈਨੂੰ ਹਰੀ ਦਾ ਨਾਮ ਹੀ ਦਾਜ ਦੇ ਕੱਪੜੇ ਦੇ, ਭਾਵ ਮਾਲਕ ਦਾ ਨਾਮ ਹੀ ਮੈਨੂੰ ਕੱਪੜਿਆਂ ਦੇ ਰੂਪ ਵਿੱਚ ਦੇ, ਮਾਲਕ ਦੀਆਂ ਸਿੱਖਿਆਵਾਂ ਹੀ ਮੈਨੂੰ ਕੱਪੜਿਆਂ ਦੇ ਰੂਪ ਵਿੱਚ ਦੇ। ਕਿ ਕੱਪੜਾ ਨਾ ਦੇ, ਕੱਪੜੇ ਦੀ ਗੱਲ ਨਹੀਂ ਕੀਤੀ ਹੁਣ ਇੱਥੇ, ਕੱਪੜਿਆਂ ਦੀਆਂ ਪੰਡਾਂ ਭਰ ਦੇਣੀਆਂ। ਖੈਰ ਕਿ ਮਾਲਕ ਦਾ ਨਾਮ ਹੀ ਇੱਥੇ ਹੈ। ਵਰ ਅਬਿਨਾਸ਼ੀ ਦੇ ਨਾਲ ਜੁੜਨ ਦੀ ਗੱਲ ਹੋ ਰਹੀ ਹੈ, ਵਿਆਹ ਉਸ ਮਾਲਕ ਦੇ ਨਾਲ ਹੋਣ ਦੀ ਗੱਲ ਹੋ ਰਹੀ ਹੈ। ਤੇ ਸਤਿਗੁਰੂ ਜੀ ਆਖ ਰਹੇ ਨੇ ਕਿ ਮੈਨੂੰ ਹਰੀ ਦਾ ਨਾਮ ਹੀ ਦਾਜ ਦੇ ਗਹਿਣੇ ਆਦਿਕ ਧਨ ਦੇ, ਕਿ ਉਹਦਾ ਨਾਮ ਰੂਪ ਹੀ ਗਹਿਣਿਆਂ ਦੇ ਰੂਪ ਵਿੱਚ ਦੇ, ਮੈਨੂੰ ਦੇਣਾ ਕਰ। ਇਸੇ ਦਾਜ ਨਾਲ ਮੇਰਾ ਪ੍ਰਭੂ ਪਤੀ ਨਾਲ ਵਿਆਹ ਸੋਹਣਾ ਲੱਗਣ ਲੱਗ ਪਏ। ਕਿ ਹੁਣ ਦੁਨੀਆ ਦੇ ਵਿੱਚ ਤਾਂ ਆਮ ਆਖਿਆ ਜਾਂਦਾ ਹੈ ਕਿ ਚੰਗੇ ਗਹਿਣੇ ਪਾਏ ਹੋਣ, ਚੰਗੇ ਕੱਪੜੇ ਹੋਣ, ਗਾਂ ਰਿਸ਼ਤੇਦਾਰ ਹੈ ਉਹਨਾਂ ਦੇ ਵੀ ਗਹਿਣੇ ਬਣਾਏ ਜਾਣ, ਹੋਰ ਵੀ ਕਈ ਕੁਝ ਦਿੱਤਾ ਜਾਏ, ਫਿਰ ਨੱਕ ਰਹਿੰਦਾ ਹੈ। ਪਰ ਇੱਥੇ ਕੀ ਹੈ, ਉਸ ਮਾਲਕ ਦੇ ਨਾਲ ਮਿਲਾਪ ਦੀ ਗੱਲ ਹੈ, ਮਾਲਕ ਦੇ ਨਾਲ ਜੁੜਨ ਦੀ ਗੱਲ ਹੈ। ਕਿ ਮੇਰਾ ਵਿਆਹ ਉਸ ਮਾਲਕ ਨਾਲ ਤਾਂ ਸੋਹਣਾ ਲੱਗਦਾ ਹੈ, ਤਾਂ ਉਹ ਸ਼ੋਭਾ ਪਾਉਂਦਾ ਹੈ, ਜੇ ਨਾਮ ਰੂਪ ਹੀ ਕੱਪੜਾ, ਨਾਮ ਰੂਪ ਹੀ ਗਹਿਣੇ ਤੇ ਨਾਮ ਰੂਪ ਹੀ ਮੇਰਾ ਦਾਜ ਹੈ ਜਿਹੜਾ ਉਹ ਮੈਨੂੰ ਦੇਣਾ ਕਰ। ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤ ਗੁਰ ਦਾਨ ਦਿਵਾਇਆ। ਪਰਮਾਤਮਾ ਦੀ ਭਗਤੀ ਨਾਲ ਹੀ ਪਰਮਾਤਮਾ ਨਾਲ ਵਿਆਹ ਦਾ ਉਦਮ ਸੁਖਦਾਈ ਬਣਦਾ ਹੈ। ਹਰ ਹਰ ਭਗਤੀ ਕਾਜ ਸੁਹੇਲਾ,
ਅਤੇ ਗੁਰ ਸਤਿਗੁਰੂ ਦਾਨ ਦਿਵਾਇਆ ਕਿ ਇਹ ਮਾਲਕ ਦੀ ਭਗਤੀ ਕਰਨ ਦੇ ਨਾਲ, ਮਾਲਕ ਦਾ ਨਾਮ ਧਿਆਉਣ ਨਾਲ ਹੀ ਮਾਲਕ ਦੇ ਨਾਲ ਸੋਹਣਾ ਵਿਆਹ ਰਚਦਾ ਹੈ ਜਾਂ ਸੁਖਦਾਈ ਬਣਦਾ ਹੈ। ਭਾਵ ਮਿਲਾਪ ਹੈ, ਆਤਮਿਕ ਸੁੱਖ ਹੈ ਜਿਹੜਾ ਉਹ ਮਾਲਕ ਦੇ ਨਾਲ ਜੁੜ ਕੇ ਪ੍ਰਾਪਤ ਹੁੰਦਾ ਹੈ। ਜਿਸ ਜੀਵ ਨੂੰ ਗੁਰੂ ਨੇ, ਸਤਿਗੁਰੂ ਨੇ ਇਹ ਦਾਨ ਜਿਹੜਾ ਦਾਜ ਦਿਵਾਇਆ ਹੈ, ਉਹਦਾ ਹੀ ਵਿਆਹ ਭਾਵ ਮਾਲਕ ਦੇ ਨਾਲ ਮਿਲਾਪ ਸੁਖਦਾਈ, ਸੁੱਖਾਂ ਭਰਿਆ ਬਣਦਾ ਹੈ। ਖੰਡ ਵਰ ਭੰਡ ਹਰ ਸ਼ੋਭਾ ਹੋਈ, ਇਹ ਦਾਨ ਨ ਰਲੈ ਰਲਾਇਆ। ਖੰਡ ਤੋਂ ਭਾਵ ਖੰਡ ਵਿੱਚ, ਦੇਸ਼ ਵਿੱਚ, ਧਰਤੀ ਉੱਤੇ, ਵਰਭੰਡ ਭਾਵ ਬ੍ਰਹਿਮੰਡ ਵਿੱਚ, ਸੰਸਾਰ ਵਿੱਚ। ਹਰ ਸ਼ੋਭਾ, ਸਤਿਗੁਰੂ ਜੀ ਆਖਣ ਲੱਗੇ ਹਰ ਨਾਮ ਦੇ ਦਾਜ ਨਾਲ ਉਸ ਦੀ ਸ਼ੋਭਾ ਉਸ ਦੇ ਦੇਸ਼ ਸੰਸਾਰ ਵਿੱਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ। ਭਾਵ ਗੁਰੂ ਦੀ ਸਿੱਖਿਆ, ਗੁਰੂ ਦਾ ਸ਼ਬਦ ਤੇ ਮਾਲਕ ਦਾ ਨਾਮ ਇੱਕ ਐਸਾ ਦਾਨ ਹੈ, ਐਸਾ ਦਾਜ ਹੈ ਕਿ ਜਦੋਂ ਉਹ ਪ੍ਰਾਪਤ ਹੋ ਜਾਂਦਾ ਹੈ ਫਿਰ ਕੋਈ ਵੀ ਦੁਨਿਆਵੀ ਦਾਜ ਹੈ ਜਿਹੜਾ ਉਹਦੀ ਬਰਾਬਰੀ ਨਹੀਂ ਕਰ ਸਕਦਾ ਹੈ। ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ, ਸੋ ਕੂੜ ਅਹੰਕਾਰ ਕੱਚ ਪਾਜੋ। ਇੱਥੇ ਹੋਰ ਭਾਵ ਬਹੁਵਚਨ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ। ਮਨਮੁਖ ਕਿ ਆਪਣੇ ਮਨ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਦੇ ਨੇ, ਵਿਖਾਵਾ ਪਾਉਂਦੇ ਨੇ। ਦਾਜ ਜੇ ਰੱਖ ਦਿਖਾਲੇ, ਦਿਖਾਉਂਦੇ ਨੇ ਰੱਖ ਕੇ, ਉਹ ਝੂਠਾ ਅਹੰਕਾਰ ਪੈਦਾ ਕਰਨ ਵਾਲਾ ਹੈ। ਉਹ ਕੱਚਾ ਸਮਾਨ ਹੈ, ਕੱਚ ਸਮਾਨ ਹੈ, ਉਹ ਨਿਰਾ ਵਿਖਾਵਾ ਹੈ। ਪਾਜੋ ਤੋਂ ਭਾਵ ਪਾਜ, ਭਾਵ ਝੂਠਾ ਜਿਹੜਾ ਵਿਖਾਵਾ ਹੀ ਹੈ। ਕਿਉਂਕਿ ਸੰਸਾਰੀ ਤੌਰ 'ਤੇ ਆਪ ਜੀ ਜਦੋਂ ਵੀ ਦੇਖੋਗੇ ਨਾ, ਕਈ ਵਾਰ ਪਿਤਾ ਹੈ ਜਿਹੜਾ ਉਹ ਆਪਣੀ ਧੀ ਨੂੰ ਸੁਖੀ ਦੇਖਣ ਵਾਸਤੇ ਬਹੁਤ ਕੁਝ ਐਸਾ ਕਰਦਾ ਹੈ। ਕਈ ਵਾਰ ਮਜਬੂਰੀ ਬਣ ਜਾਂਦੀ ਹੈ। ਉਹ ਵੀ ਗੱਲ ਹੈ ਕਿ ਕਈ ਵਾਰ ਅੱਗੋਂ ਕੋਈ ਸੱਜਣ ਜਿਹੜਾ ਹੈ, ਪੁਰਖ ਮਿਲ ਜਾਏ, ਪਰਿਵਾਰ ਮਿਲ ਜਾਏ ਜਿਹੜਾ ਆਖੇ ਕਿ ਇਕੱਲੀ ਲੜਕੀ ਚਾਹੀਦੀ, ਹੋਰ ਕਿਸੇ ਦੀ ਲੋੜ ਹੀ ਨਹੀਂ ਹੈ। ਐਸੇ ਵੀ ਹੈ ਸੰਸਾਰ ਦੇ ਵਿੱਚ, ਪਰ ਬਹੁਤੇ ਐਸੇ ਨਹੀਂ ਕਿ ਜਿੰਨਾ ਚਿਰ ਘਰ ਜਿਹੜਾ ਬਣਾਇਆ ਹੁੰਦਾ ਹੈ ਉਹ ਭਰੇ ਨਾ, ਉਹਨਾਂ ਚਿਰ ਵਿਆਹ ਪੂਰਾ ਹੀ ਨਹੀਂ ਹੈ। ਐਸੇ ਵੀ ਬਹੁਤ ਨੇ। ਕੀ ਹੈ ਕਿ ਕਈ ਵਾਰ ਤੇ ਇੱਥੋਂ ਤੱਕ ਵੀ ਸੁਣਨ ਨੂੰ ਮਿਲਿਆ ਹੈ ਕਿ ਫਲਾਣੇ ਥਾਂ ਤੇ ਕੋਠੀ ਪਾਉਣੀ ਹੈ, ਘਰ ਪਾਉਣਾ ਹੈ, ਫਿਰ ਵਿਆਹ ਕਰਾਂਗੇ। ਕਹਿਣ ਦਾ ਭਾਵ ਕੀ ਹੁੰਦਾ ਹੈ ਕਿ ਹੁਣ ਜਿਹੜਾ ਵਿਆਹ ਕਰਾਂਗੇ, ਕੋਠੀ ਆਏਗੀ, ਫਿਰ ਕੋਠੀ ਦੇ ਵਿੱਚ ਨਵਾਂ ਸਮਾਨ, ਨਵੀਂ ਵਹੁਟੀ ਲੈ ਕੇ ਆਏਗੀ। ਕੀ ਹੈ? ਇਹ ਇੱਕ ਗੰਦੀ ਤੇ ਮਾੜੀ ਸੋਚ ਹੈ। ਖੈਰ, ਇੱਕ ਵੱਖਰਾ ਵਿਸ਼ਾ ਹੈ ਕਿ ਇਹ ਇੱਕ ਅਹੰਕਾਰ ਹੈ। ਕਈ ਵਾਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਕਈਆਂ ਦਾ ਘਰ ਨਹੀਂ ਵਸਦਾ। ਉੱਥੇ ਜਿਹੜਾ ਹੈ ਉਹ ਸੰਪੂਰਨ ਤੌਰ ਤੇ ਮੇਲ ਮਿਲਾਪ ਨਹੀਂ ਰਹਿੰਦਾ। ਕੀ ਉਹ ਇਸਤਰੀ ਕਰੇਗੀ, ਕੀ ਤੁਹਾਡਾ ਸਤਿਕਾਰ ਕਰੇਗੀ, ਜਿਹੜੇ ਸਭ ਕੁਝ ਲਿਆਉਣ ਦੇ ਬਾਅਦ ਵੀ ਤੁਸੀਂ ਉਹਦੇ ਕੋਲ ਆਖੋ ਕਿ ਜਾ ਆਪਣੇ ਪਿਓ ਕੋਲੋਂ ਹੋਰ ਲੈ ਕੇ ਆ? ਕੀ ਕਦੇ ਅੰਦਰ ਜੁੜ ਸਕੇਗਾ? ਦੋ ਗੱਲਾਂ ਹੋ ਸਕਦੀਆਂ। ਜਦੋਂ ਇਸਤਰੀ ਸੋਚਦੀ ਹੈ ਕਿ ਮੇਰੇ ਪਿਓ ਨੇ ਮੇਰੇ ਵਾਸਤੇ ਇੱਕ ਵਾਰ ਬਹੁਤ ਔਖਾ ਕੀਤਾ ਹੈ, ਜਾਂ ਤੇ ਫਿਰ ਉਹ ਕੀ ਹੈ, ਉਸ ਕਸ਼ਟ ਨੂੰ ਸਹਾਰਦੀ ਰਹਿੰਦੀ ਹੈ ਤੇ ਦੁਖਦਾਈ ਮਨਮੁਖ ਲੋਭੀ ਮਾਇਆਧਾਰੀ ਲੋਕ ਉੱਤੇ ਅਤਿਆਚਾਰ ਕਰਦੇ ਰਹਿੰਦੇ ਹੈ। ਪਤਾ ਹੁੰਦਾ ਹੈ ਉਹਨਾਂ ਨੂੰ ਵੀ ਕਿ ਇਹ ਗਲਤ ਹੈ, ਪਰ ਪਤਾ ਬਹੁਤੀ ਵਾਰ ਉਦੋਂ ਲੱਗਦਾ ਹੈ ਜਦੋਂ ਕਿਸੇ ਦੀ ਆਪਣੀ ਤੇ ਹੁੰਦਾ ਹੈ। ਕਿ ਦੂਜੇ ਪਾਸੇ ਆਪਣੀ ਤੇ ਹੋਏ ਨਾ, ਫਿਰ ਪਤਾ ਲੱਗਦਾ ਹੈ ਕਿ ਦੁੱਖ ਕੀ ਹੁੰਦਾ ਹੈ। ਖੈਰ, ਇਹ ਇੱਕ ਵੱਖਰਾ ਵਿਸ਼ਾ ਹੈ। ਪਾਤਸ਼ਾਹ ਜੀ ਇਹੀ ਚੀਜ਼ ਸਮਝਾ ਰਹੇ ਨੇ ਕਿ ਜਿਹੜੇ ਮਨਮੁਖ ਹੁੰਦੇ ਨੇ ਨਾ, ਉਹ ਇਹ ਕੰਮ ਕਰਦੇ ਨੇ। ਅੱਜ ਕੱਲ੍ਹ ਜੇ ਦੇਖ ਲਈਏ ਤੇ ਕਰਜ਼ੇ ਦੀਆਂ ਪੰਡਾਂ ਇਹਨਾਂ ਚੀਜ਼ਾਂ ਕਰਕੇ ਜ਼ਿਆਦੀਆਂ ਵੱਡੀਆਂ ਹੋਈਆਂ। ਬਹੁਤੇ ਤੇ ਇਹੀ ਆਖਦੇ ਨੇ ਕਿ ਦਿਓ ਕੁਛ ਨਾ, ਬਰਾਤ ਦੀ ਸੇਵਾ ਚੰਗੀ ਤਰ੍ਹਾਂ ਕਰ ਦਿਓ। ਅੱਗੇ 500-700 ਬੰਦਾ ਹੋਵੇ ਤੇ ਅੱਗੇ ਜਿਹੜਾ ਹੈ ਤੁਸੀਂ ਤਾਂ ਭਾਈ 20-15 ਲੱਖ ਦੀ ਰੋਟੀ ਖਾ ਜਾਓਗੇ। ਭਾਵੇਂ ਦਿੱਤਾ ਹੈ ਕਰਨ ਵਾਸਤੇ, ਪਰ ਕੀ ਹੈ, ਇਹ ਇੱਕ ਵਿਖਾਵਾ ਹੈ।
कि फलाने दे विच आ सी। खैर एक वखरा विशा है, ये मनमुखां दा कारज है। हर प्रभ मेरे बाबुला, हर देव दान मैं दाजो। हे मेरे पिता, मैनू हरि प्रभु दा नाम दान दे। मैनू यही दाज है मालक दे नाम दा देना कर। हर राम राम मेरे बाबुला, पिर मिल तन वेल वधंदी। वेल वधंदी दा की अर्थ है जी? वेल वधना, पीढ़ी वधनी। सतगुरु पातशाह जी आखन लगे कि हे मेरे पिता, इस्त्री जीव इस्त्री दे रूप विच के हरि पति नाल राम पति नाल मिल के जीव इस्त्री दी पीढ़ी चल पैंदी है। भाव जिहड़ा गुरमुख हुंदा है, बहुती वार फिर उहदा परिवार भी पूर्ण तौर ते जिहड़ा गुरमुख हुंदा है, उहदे परिवार विच भी वो जिहड़े गुण आ जांदे ने कि मेरा पिता है जां मेरा परिवार है वो पूरा गुरमुख है, ते वो अपने आप ही वो गुण अगे पीढ़ी दे विच भी चलते हैं। इसे करके पिर मिल धन वेल वधंदी, कि वेल जिहड़ी है पीढ़ी है वो वधदी है। हर जुगहां जुगो जुग जुगहां जुगो सद पीढ़ी गुरु चलंदी। जुगहां जुगो तो भाव लगातार हरेक युग में सदा ही, कि अनेकां युगां तो सदा तो ही गुरु दी प्रभु पति दी जिहड़ी पीढ़ी वो चली आउंदी है। कि मालक जिहड़ा है सदा तो ही है, वो सदा तो ही चलिया आ रहा है। उहदे नाल अनेकां जीव इस्त्रियां जिहड़ियां ने मिल के एकमिक हो गईयां ने, उन्हां ने प्रीत पा ली ती उस मालक दी पीढ़ी, गुरु दी पीढ़ी सदा तो जिहड़ी चली आ रही है। जुग जुग पीढ़ी चलै सतगुर की, जिनी गुरमुख नाम ध्याया। हरेक युग विच सतगुरु दी पीढ़ी जिहड़ी वो चल पैंदी है। सतगुरु भाव गुरु दी शब्द रूप। दो तरह की पीढ़ी हुंदी है, दो तरह की संतान हुंदी है। एक हुंदी है बिंदी, दूजी हुंदी है नादी। बिंदी तो भाव जिहड़े बिंद तो पैदा होण, ते दूजे हुंदे आ नाद जिहड़े आवाज़ दे नाल आखे जाण। कि जिवें गुरु गोबिंद सिंह जी दे 4 पुत्र सन, वो कौन सन? बिंदी। अते बाकी असीं सारे गुरु गोबिंद सिंह पातशाह जी दे की हाँ? नादी पुत्र। कि ये भी सारे मेरे पुत्र ही हैं। कहन तो भाव सतगुरु पातशाह जी आख रहे हैं कि इसे तरह फिर ये जिहड़ी नादी पीढ़ी है ये हमेशा ही चलती है। कि हरेक युग विच भाव सदा ही सतगुरु दी पीढ़ी नादी संतान चल पैंदी है। जिन्हां ने गुरु नूं मिल के परमात्मा दा नाम सिमरिया है, वो गुरु दी पीढ़ी हन, वो गुरु दी नादी संतान हन। कि जिहड़े मिल जांदे ने गुरु दे नाल, ओही उस मालक दी उस गुरु दी संतान हन, अते ओही गुरु दी पीढ़ी हन। हर पुरख न कब ही बिनसै जावै, नित देवै चढ़ै सवाया। मालक ऐसा पति है जो कदे भी नाश नहीं हुंदा, जो कदे भी मरदा नहीं है। वो सदा दातां बख्शदा है, ते उसकी दात सदा ही वधदी रहिंदी है। नित देवै चढ़ै सवाया, सवाई हुंदी जांदी है, वधदी जांदी है। नानक संत संत हर एको, जप हर हर नाम सुहंदी।
ਪਾਤਸ਼ਾਹ ਜੀ ਆਖਣ ਲੱਗੇ, ਹੈ ਨਾਨਕ ਭਗਤ ਜਨ ਤੇ ਭਗਤਾਂ ਦਾ ਪਿਆਰਾ ਪ੍ਰਭੂ ਇੱਕ ਰੂਪ ਹੀ ਨੇ, ਕਿ ਉਹਦੇ ਭਗਤ ਜਦੋਂ ਉਹਦੇ ਨਾਲ ਮਿਲ ਜਾਂਦੇ ਨੇ ਉਹ ਵੀ ਉਹਦਾ ਰੂਪ ਹੋ ਜਾਂਦੇ ਆ। ਜਿਵੇਂ ਨਦੀ ਦਾ ਪਾਣੀ ਸਮੁੰਦਰ ਦੇ ਵਿੱਚ ਪੈ ਕੇ ਸਮੁੰਦਰ ਦਾ ਰੂਪ ਹੋ ਜਾਂਦਾ ਹੈ, ਉਵੇਂ ਹੀ ਭਗਤ ਜਨ ਤੇ ਭਗਤਾਂ ਦਾ ਪਿਆਰਾ ਪ੍ਰਭੂ ਇੱਕ ਰੂਪ ਹਨ। ਸੰਤ ਹਰ ਇੱਕੋ ਹੀ ਨੇ ਦੋਵੇਂ। ਅਤੇ ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਇਸਤਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ। ਜਪ ਹਰ ਹਰ ਨਾਮ ਸੁਹੰਦੀ, ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ। ਹਰ ਰਾਮ ਰਾਮ ਮੇਰੇ ਬਾਬੁਲਾ, ਪਿਰ ਮਿਲ ਧਨ ਵੇਲ ਵਧੰਦੀ। हे ਮੇਰੇ ਪਿਤਾ, ਹਰੀ ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ ਇਸਤਰੀ ਦੀ ਪੀੜ੍ਹੀ ਚੱਲ ਪੈਂਦੀ ਹੈ। ਭਾਵ ਉਸ ਦੀ ਸੰਗਤ ਵਿੱਚ ਰਹਿ ਕੇ ਹੋਰ ਅਨੇਕਾਂ ਜੀਵ ਸਿਮਰਨ ਦੇ ਰਾਹੇ ਪੈ ਜਾਂਦੇ ਨੇ, ਗੁਰੂ ਦੇ ਸ਼ਬਦ ਉੱਤੇ ਚੱਲ ਪੈਂਦੇ ਨੇ, ਮਾਲਕ ਦੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦੇ ਨੇ। ਇਹ ਜਿਹੜੀ ਵੇਲ ਵੱਧਦੀ ਰਹਿੰਦੀ ਹੈ, ਇਹ ਪੀੜ੍ਹੀ ਚੱਲ ਪੈਂਦੀ ਹੈ। ਸਤਿਗੁਰੂ ਜੀ ਰਹਿਮਤ ਕਰਨ। ਇਸ ਸ਼ੰਤ ਦੇ ਵਿੱਚ ਪਾਤਸ਼ਾਹ ਜੀ ਨੇ 5 ਜਿਹੜੇ ਹਨ ਉਹ ਪਦੇ ਬਖਸ਼ਿਸ਼ ਕੀਤੇ ਹਨ, ਮਗਰ ਅੰਕ ਹੈ 5, ਫਿਰ 2 ਡੰਡੀਆਂ, 1 ਭਾਵ 5 ਪਦੇ ਅਤੇ 1 ਸ਼ੰਤ ਜਿਹੜਾ ਹੈ ਉਹ ਇੱਥੇ ਸੰਪੂਰਨ ਹੋਇਆ ਹੈ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।